ਕੁਦਰਤ ਨੇ ਮਨੁੱਖ ਨੂੰ ਕਈ ਤੋਹਫੇ ਦਿੱਤੇ ਹਨ, ਜਿਨ੍ਹਾਂ ਵਿੱਚੋਂ ਹਵਾ, ਪਾਣੀ, ਸੂਰਜ ਦੀ ਰੋਸ਼ਨੀ ਇੱਕ ਹਨ। ਅਸੀਂ ਇਹਨਾਂ ਕੁਦਰਤੀ ਸੋਮਿਆਂ ਦੀ ਸਹੀ ਵਰਤੋਂ ਕਰਨ ਦੀ ਜਗ੍ਹਾ ਇਹਨਾਂ ਨੂੰ ਪ੍ਰਦੂਸ਼ਿਤ ਕਰ ਖਰਾਬ ਕਰਦੇ ਹਾਂ, ਜਿਸ ਕਾਰਨ ਸਾਡਾ ਜੀਵਨ ਸੁਖਾਲਾ ਹੋਣ ਦੀ ਜਗ੍ਹਾ ਤੇ ਮੁਸ਼ਕਲਾਂ ਭਰਿਆ ਹੋ ਜਾਂਦਾ ਹੈ। ਲੋਕਾਂ ਦੀ ਜੇਬ ਤੇ ਇਸ ਸਮੇਂ ਬਿਜਲੀ ਦੇ ਬਿੱਲ ਦਾ ਬੋਝ ਪੈ ਰਿਹਾ ਹੈ। ਬਿਜਲੀ ਦੀ ਕਮੀ ਕਾਰਨ ਕਿਸਾਨਾਂ ਨੂੰ ਵੀ ਆਪਣੀ ਫਸਲ 'ਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਨੇ ਲੋਕਾਂ ਨੂੰ ਬਿਜਲੀ ਪੈਦਾ ਕਰਨ ਲਈ ਹੋਰ ਕੁਦਰਤੀ ਤਰੀਕੇ ਜਿਵੇਂ ਸੋਲਰ ਪੈਨਲ ਅਪਣਾਉਣ ਲਈ ਕਿਹਾ ਹੈ, ਪਰ ਸੋਲਰ ਪੈਨਲ ਦੀ ਖਾਮੀ ਹੈ ਕਿ ਉਹ ਬਿਨਾਂ ਸੂਰਜ ਦੀ ਰੋਸ਼ਨੀ ਦੇ ਨਹੀਂ ਚੱਲ ਸਕਦਾ। ਇਸ ਸਭ ਪਰੇਸ਼ਾਨੀ ਦਾ ਹੱਲ ਹਰਿਆਣਾ ਦੇ ਸਿਰਸਾ ਦੇ ਪਿੰਡ ਕੁੱਤਾਬੜ ਦੇ ਇੱਕ ਨੌਜਵਾਨ ਨੇ ਘੱਟ ਕੀਮਤ ਤੇ ਪਣ ਚੱਕੀ ਬਣਾ ਕੇ ਲੱਭਿਆ। ਸਿਰਸਾ ਦੇ ਪਿੰਡ ਕੁੱਤਾਬੜ ਦੇ ਨੌਜਵਾਨ ਬਲਰਾਜ ਸਿੰਘ ਨੇ ਦੱਸਿਆ ਕਿ ਇਹ ਘੱਟ ਮੁੱਲ ਦੀ ਪਣਚੱਕੀ 4 ਦੇ ਕਰੀਬ ਬੈਟਰੀਆਂ ਚਾਰਜ ਕਰਨ ਲਈ ਬਿਜਲੀ ਪੈਦਾ ਕਰਦੀ ਹੈ। ਉਹ ਇਸ ਪ੍ਰੋਜੈਕਟ ਲਈ ਪਿਛਲੇ 9 ਸਾਲ ਤੋਂ ਕੰਮ ਕਰ ਰਿਹਾ ਹੈ ਅਤੇ ਉਸ ਦੀ ਖੁਆਇਸ਼ ਹੈ ਕਿ ਉਹ ਇਸ ਪ੍ਰੋਜੈਕਟ ਨੂੰ ਵੱਡੇ ਪੱਧਰ ਤੇ ਲੈ ਕੇ ਜਾਵੇ। ਸਰ ਇਹ ਪ੍ਰੋਜੈਕਟ ਆ ਇਹ ਵਿੰਡ એનર્ਜੀ ਦਾ ਤੇ 2012 ਤੋਂ ਲੈ ਕੇ ਤੇ ਮੇਰੀ ਕਾਫੀ ਡੈਡੀਕੇਸ਼ਨ ਰਹੀ ਇਹਦੇ ਵਾਸਤੇ ਤੇ ਮੈਂ ਕਾਫੀ ਲੋਟ ਆਫ ਟਾਈਮ ਮੈਂ ਇਨਵੈਸਟ ਕੀਤਾ, ਕਿਉਂਕਿ ਇਹ ਜਿਹੜਾ ਅਸੀਂ ਪ੍ਰੋਜੈਕਟ ਬਣਾਇਆ ਹੈ ਨਾ ਲਗਭਗ 2000 ਤੋਂ 2200 ਰੁਪਏ ਦੇ ਵਿੱਚ ਹੀ ਤੁਸੀਂ ਇੱਕ ਸੋਲਰ ਤੋਂ ਫਾਰ ਬੈਟਰ ਤੁਹਾਡੀ ਜਿਹੜੀ ਪਰਫਾਰਮੈਂਸ ਆ ਤੇ ਇਹਦੀ ਜਿਹੜੀ ਓਪਨ ਸਰਕਟ ਵੋਲਟੇਜ ਆ ਉਹ 180 ਵੋਲਟ 180 ਤੇ ਜਿਹੜੀ ਲੋਡ ਸਰਕਟ ਵੋਲਟੇਜ ਆ ਉਹ 170 ਆ ਤੇ ਲਗਭਗ ਤੁਸੀਂ 4 ਬੈਟਰੀਆਂ ਨੂੰ ਵੀ ਵਧੀਆ ਚਾਰਜ ਕਰ ਸਕਦੇ ਹੋ। ਇਹ ਜਿਹੜਾ ਇੰਡੀਆ ਦਾ ਆਪਣਾ ਵਿੰਡ ਸੀਜ਼ਨ ਆ ਉਹ ਮਾਰਚ ਤੋਂ ਲੈ ਕੇ ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ ਦੇ ਜਿਹੜੇ 4 ਤੋਂ 5 ਮੰਥ ਆ ਤੁਹਾਡੇ ਤੇ ਤੁਸੀਂ ਵੱਧ ਤੋਂ ਵੱਧ એનર્ਜੀ ਨੂੰ ਲੈ ਸਕਦੇ ਹੋ ਵਧੀਆ। ਤੇ ਇਹ ਟੋਟਲੀ এনवायरमेंट ਫ੍ਰੀ ਆ ਤੇ ਜਿਹੜਾ ਆਪਣੇ ਸਾਰੀ ਕੰਟਰੀਜ਼ ਦਾ ਇੱਕ ਜਿਹੜਾ ਕਾਰਬਨ ਐਮਿਸ਼ਨ ਚੱਲ ਰਿਹਾ ਵਾ ਨੈਟ ਜ਼ੀਰੋ ਕਾਰਬਨ ਐਮਿਸ਼ਨ ਤੇ ਉਹਦੇ ਵਿੱਚ ਇਹ ਬਹੁਤ ਉਸ ਚੀਜ਼ ਨੂੰ ਪ੍ਰਮੋਟ ਕਰ ਰਿਹਾ ਵਾ, ਕਿਉਂਕਿ ਇਹ 100% ਇੰਡੀਅਨ ਆ ਤੇ ਸਾਡੇ ਇੰਡੀਆ ਦੇ ਵਿੱਚ ਸਾਨੂੰ ਫੋਰਨ ਤੋਂ ਇੰਪੋਰਟ ਕਰਾਉਣੇ ਪੈਂਦੇ ਆ ਜਿਹੜੇ ਟਰਬਾਈਨ ਆ, ਬਟ ਇਹ 100% ਇੰਡੀਅਨ ਮੇਡ ਆ ਤੇ ਇਹ ਵਧੀਆ ਈਜ਼ੀ ਆ ਤੇ ਵੱਧ ਤੋਂ ਵੱਧ ਦੇ ਫਿਊਚਰ ਦੇ ਵਿੱਚ ਤੁਹਾਨੂੰ ਬੈਨੀਫਿਟ ਦਊਗਾ, ਕਿਉਂਕਿ ਇੰਨੇ ਘੱਟ ਰੁਪੀਸ ਦੇ ਵਿੱਚ ਵੱਧ ਤੋਂ ਵੱਧ ਐਫੀਸ਼ੀਐਂਸੀ ਲੋਟ ਆਫ ਇਲੈਕਟ੍ਰਿਸਿਟੀ ਦੇ ਰਿਹਾ ਤੇ ਆਈ ਥਿੰਕ ਇਸ ਤੋਂ ਵੱਧ ਕੇ ਹੋਰ ਕੋਈ ਨਹੀਂ ਹੋ ਸਕਦਾ। ਤੇ ਇਸ ਚੀਜ਼ ਨੂੰ ਵੱਧ ਤੋਂ ਵੱਧ ਤੇ ਗਵਰਨਮੈਂਟ ਨੂੰ ਵੀ ਚਾਹੀਦਾ ਵੀ ਹੁਣ ਆਲ ਓਵਰ ਇੰਡੀਆ ਵਿੰਡ ਦੂਸਰੇ ਸੋਲਰ એનર્ਜੀ ਨੂੰ ਪ੍ਰਮੋਟ ਕੀਤਾ ਜਾ ਰਿਹਾ, ਕਿਉਂਕਿ ਸੋਲਰ એનર્ਜੀ ਲਗਭਗ ਸ਼ਾਮੀ 4 ਵਜੇ ਤੋਂ ਬਾਅਦ ਯੂਜ਼ਲੈਸ ਆ ਤੇ ਬਟ ਜਿਹੜੀ ਵਿੰਡ ਆ ਇਹ ਲਗਭਗ 24/7 ਚੱਲਦੀ ਆ ਤੇ ਇਸ ਕਰਕੇ ਸੋਲਰ ਦੀ ਬਚਾਈ ਜੇ ਤੁਸੀਂ ਵਿੰਡ ਨੂੰ ਜ਼ਿਆਦਾ ਪ੍ਰਮੋਟ ਗਵਰਨਮੈਂਟ ਕਰੇ, ਕਿਉਂਕਿ ਇੰਡੀਆ ਦੀ ਲੋਟ ਆਫ ਸਾਈਟਸ ਆ ਲਾਈਕ ਜੈਸਲਮੇਰ, ਕੁਝ ਸਾਊਥ ਇੰਡੀਆ, ਕੁਝ ਈਸਟਰਨ ਇੰਡੀਆ ਦੇ ਵਿੱਚ ਆ ਜਿਵੇਂ ਕਿ ਉਹਨਾਂ ਦੇ ਵਿੱਚ ਬਹੁਤ ਸਾਰੀ ਸਫੀਸ਼ੀਐਂਟ ਵਿੰਡਸ ਚੱਲਦੀਆਂ ਨੇ, ਉੱਥੇ ਮੈਕਸੀਮਮ ਜਨਰੇਸ਼ਨ ਕੀਤੀ ਜਾ ਸਕਦੀ ਆ ਤੇ ਰੀਨਿਊਏਬਲ ਸੈਕਟਰ ਦੇ ਵਿੱਚ ਇੰਡੀਆ ਬਹੁਤ ਅੱਗੇ ਵੱਧ ਰਿਹਾ ਵਾ ਤੇ ਹੋਪਫੁਲੀ ਜੇ ਵਿੰਡ ਨੂੰ ਪ੍ਰਮੋਟ ਕੀਤਾ ਜਾਵੇ ਤਾਂ ਇਸ ਚੀਜ਼ ਨੂੰ ਇੱਕ ਗਲੋਬਲੀ ਪੂਰਾ ਰਿਪਰੈਜ਼ੈਂਟ ਕੀਤਾ ਜਾ ਸਕਦਾ। ਇਹ ਫਿਲਹਾਲ ਤਾਂ ਇਹਦੀ ਲੈਬ ਟੈਸਟਿੰਗ ਚੱਲ ਰਹੀ ਆ। ਲੈਬ ਟੈਸਟਿੰਗ ਦੇ ਵਿੱਚ ਜਿਹੜੀ ਮੈਕਸਿਮਮ ਆਊਟਪੁੱਟ ਆ ਉਹ 70 ਵੋਲਟ ਤੱਕ ਲਈ ਆ, ਕਿਉਂਕਿ ਇਹਨੂੰ ਜਿਸ ਤਰ੍ਹਾਂ ਕਿ ਇੱਕ ਪ੍ਰੋਪਰ ਫਾਊਂਡੇਸ਼ਨ ਚਾਹੀਦੀ ਆ, ਕਿਉਂਕਿ ਜਿਸ ਤਰ੍ਹਾਂ ਇੱਕ ਐਰੋਪਲੇਨ ਨੂੰ ਇੱਕ ਪ੍ਰੋਪਰ ਰਨਵੇ ਚਾਹੀਦਾ ਵਾ ਉਹਦੀ ਪਰਫਾਰਮੈਂਸ ਵਾਸਤੇ, ਇਸ ਤਰ੍ਹਾਂ ਇਹਨੂੰ ਵੀ ਇੱਕ ਪ੍ਰੋਪਰ ਇੱਕ ਟਾਵਰ ਚਾਹੀਦਾ ਵਾ। ਉਹਦੀ ਅਸੀਂ ਕਰ ਰਹੇ ਸੀਗੇ, ਕੁਛ ਮੇਰੇ ਐਗਜ਼ਾਮਸ ਦੇ ਕਾਰਨ ਮੇਰੇ ਕੋਲ ਟਾਈਮ ਨਹੀਂ ਲੱਗਿਆ। ਅਸੀਂ ਫੀਲਡ ਦੇ ਵਿੱਚ ਕਰ ਰਹੇ ਹਾਂ ਵਧੀਆ ਇੱਕ ਟਾਵਰ ਕ੍ਰੀਏਟ ਕਰਕੇ ਉਹਦੇ ਵਿੱਚ ਇਹਨੂੰ ਅਸੀਂ ਪੂਰਾ ਮਾਊਂਟ ਕਰਾਂਗੇ ਤੇ ਕੁਝ ਜਿਹੜੀਆਂ ਕਮੀਆਂ ਨੇ ਉਹ ਕਰਕੇ ਤੇ ਇਹਨੂੰ ਵਧੀਆ ਸਫੀਸ਼ੀਐਂਟਲੀ ਉੱਥੇ ਲਾਵਾਂਗੇ ਤੇ ਉੱਥੇ ਲਾਈਵ ਟੈਸਟਿੰਗ ਕਰਕੇ ਦਿਖਾਵਾਂਗੇ ਵੀ ਕਿੰਨੀ ਮਤਲਬ ਵੋਲਟੇਜ ਦੇ ਰਿਹਾ ਵਾ, ਕਿੰਨਾ 9 ਐਂਪੀਅਰ ਦਾ ਕਰੰਟ ਲੈ ਰਿਹਾ ਵਾ, ਇੰਨੀ ਹਾਈ ਵੋਲਟੇਜ ਤੇ ਇੰਨਾ ਹਾਈ ਕਰੰਟ ਦੇ ਰਿਹਾ ਵਾ ਤੇ ਉਹ ਵੀ ਬਹੁਤ ਘੱਟ ਪੈਸਿਆਂ ਦੇ ਵਿੱਚ। ਡੈਫੀਨੇਟਲੀ ਜੀ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੂਗਾ, ਕਿਉਂਕਿ ਇਹਦੀ ਐਫੀਸ਼ੀਐਂਸੀ ਬਹੁਤ ਜ਼ਿਆਦਾ ਵਾ, ਕਿਉਂਕਿ ਜਦੋਂ ਮਈ ਦੇ ਵਿੱਚ ਆਪਣੇ ਪੈਡੀ ਦੀ ਕਲਟੀਵੇਸ਼ਨ ਸਟਾਰਟ ਹੁੰਦੀ ਹੈ ਤਾਂ ਉਸ ਟਾਈਮ ਵਾਟਰ ਦੀ ਨਾ ਬੜੀ ਇੱਕ ਡੈਫੀਸ਼ੀਐਂਸੀ ਹੁੰਦੀ ਆ ਤੇ ਜੇਕਰ ਇਹ ਲਗਭਗ 10 ਕਿਲੋਵਾਟ ਦਾ 15 ਕਿਲੋਵਾਟ ਦਾ ਜਾਂ 20 ਕਿਲੋਵਾਟ ਦੇ ਐਸੇ ਸਮੋਲ ਸਕੇਲ ਦੇ ਪ੍ਰੋਜੈਕਟ ਲਾਏ ਜਾਂਦੇ ਆ ਤਾਂ ਥੱਲੋਂ ਵਾਟਰ ਟੇਬਲ ਤੋਂ ਪਾਣੀ ਲੈ ਕੇ ਆਉਣਾ ਇੱਕ ਬਹੁਤ ਵਧੀਆ ਚੀਜ਼ ਆ ਤੇ ਕਿਉਂਕਿ ਇਹਦੇ ਵਿੱਚ ਕਿਉਂਕਿ ਟੋਟਲ এনवायरमेंट ਫਰੈਂਡਲੀ ਆ
ਤੇ ਇਹ ਕਿਸਾਨਾਂ ਵਾਸਤੇ ਇੱਕ ਬਹੁਤ ਵਧੀਆ ਇੱਕ ਰਾਮਬਾਣ ਇਲਾਜ ਸਾਬਿਤ ਹੋ ਸਕਦਾ, ਸਪੈਸ਼ਲੀ ਇਨ ਵਾਟਰ ਪਰਪਸ। ਇਸ ਪ੍ਰੋਜੈਕਟ ਤੇ ਪ੍ਰਗਤੀਸ਼ੀਲ ਕਿਸਾਨ ਦਾ ਕਹਿਣਾ ਹੈ ਕਿ ਇਹ ਇੱਕ ਚੰਗਾ ਉਪਰਾਲਾ ਹੈ। ਸਰਕਾਰ ਨੂੰ ਇਸ ਨੌਜਵਾਨ ਦੀ ਮਦਦ ਕਰਨੀ ਚਾਹੀਦੀ है। गांव कुत्तावड़ के युवा बलराज ने न्यू एंड रीन्यूएबल एनर्जी के प्रोजेक्ट को लेकर एक बहुत ही नायाब प्रोटोटाइप तैयार किया है। विंड एनर्जी को लेकर के बिजली का उत्पादन। हालांकि उन्होंने अपने ही रिसोर्सेज से एक बड़ा छोटा सा प्रयास किया है जो कामयाब है। अगर हमारी सरकारें, हमारे टेक्निकल इंस्टीट्यूट्स ऐसे युवाओं को प्रोत्साहित करें, उन्हें टेक्नोलॉजी ट्रांसफ़र करें, तो डेफिनेटली ये एक साफ़ क्लीन एनवायरनमेंट में ये काम आने वाली चीज़ है। यहाँ ये बात उल्लेखनीय है कि जहाँ सोलर एनर्जी केवल दिन में काम करती है, विंड पावर एनर्जी को दिन रात का कोई चक्कर नहीं। जब भी हवा होगी वो घूमेगा और बिजली का उत्पादन करेगा। और अक्सर अपने इलाके में दिन की अपेक्षा रात को हवा ज़्यादा चलती है। दिन में सोलर काम करेगा और उसी सोलर की बैटरीज़ को रात को विंड एनर्जी चार्ज करेगी। अगर ये दोनों इकट्ठी हो जाएं तो सोने पर सुहागे वाली बात है। सबसे पहली तो ये बात है कि युवा जो हैं इस तरह से अपनी एनर्जीज़ को एक पॉजिटिव काम में लगा रहे हैं। उन्हें टेक्नोलॉजी की समझ है और वो और विकसित होती है। अगर ये छोटे प्रोजेक्ट जैसे कि इन्होंने बनाया, अभी बहुत छोटे लेवल पर एनर्जी बनाएंगे, अगर सरकारी सहयोग से ये बड़े लेवल पे बन सके तो इससे छोटे छोटे ट्यूबवेल इत्यादि ड्रिप इरिगेशन सिस्टम भी चल सकते हैं। यहाँ मैं ये भी कहना चाहूँगा कि सोलर सिस्टम्स में बहुत सारे पार्ट्स में इम्पोर्टेड पार्ट्स हैं। इस सिस्टम में वो भी ज़रूरत नहीं है और ये सही में मेक इन इंडिया होगा, भारत में ही बना होगा। सोलर में सोलर सेल्स अभी भी हमें बहुत बड़ी तादाद में इंपोर्ट करने पड़ते हैं। इसमें ऐसा कुछ नहीं है जो हमें विदेशों से आयातित करना पड़े। इस युवा को कामनाएं दूंगा। साथ में मैं ये भी चाहता हूँ कि जो भी लोग इस टेक्नोलॉजी को समझते हैं, चाहे वो पॉलिटेक्निक के प्रोफेसर हैं, इंजीनियरिंग कॉलेज के लोग हैं, सरकार का टेक्नोलॉजी डिपार्टमेंट हैं, वो आगे आकर इन युवाओं तक खुद पहुँच करें। इन युवाओं को उनके तक आने की ज़रूरत न हो, ताकि ये जहाँ भी हैं वहाँ इन्हें और सक्षम करें और इनकी टेक्नोलॉजी में जो उनके पास, सरकारों के पास असली बातें हैं उससे उनकी जानकारी में इजाफा करें, ताकि वो और भी बढ़िया तरीके से इस तरह के प्रोजेक्ट्स को अपने अपने गाँवों में चलाकर दिखाएंगे तो बाकी किसान या बाकी युवा भी उससे इनकरेज होकर के ऐसी चीज़ों को अडॉप्ट करेंगे। ਉੱਥੇ ਹੀ ਬਿਜਲੀ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਨੌਜਵਾਨ ਨੇ ਜੋ ਕੁਝ ਆਪਣੇ ਪੱਧਰ ਤੇ ਕੀਤਾ ਹੈ ਉਹ ਸੱਚਮੁੱਚ ਤਾਰੀਫ ਦੇ ਕਾਬਿਲ ਹੈ। ਅਧਿਕਾਰੀ ਨੇ ਦੱਸਿਆ ਕਿ ਕਿਵੇਂ ਨੌਜਵਾਨ ਦੀ ਅੱਗੇ ਹੋਰ ਮਦਦ ਕੀਤੀ ਜਾ ਸਕਦੀ ਹੈ। अभी एक वीडियो के मार्फत मैंने उसको देखा है, तो ऐसे ऐसे युवाओं का प्रयास सराहनीय हैं जो अल्टरनेट एनर्जी रिसोर्सेज के अंदर अगर कोई कुछ सक्षम तरीके से और कोई इनोवेटिव तरीके खोजना चाहते हैं तो वास्तविक तौर पे ये प्रयास सराहनीय है। प्रोजेक्ट तो उसने विंड मिल का बनाया है और ऑलरेडी इस तरह विंड मिल के प्रोजेक्ट्स बड़े लेवल पे भी कामयाब है हमारे कुछ एक एरिया में। इस एरिया का भी प्रॉपर अगर सर्वे करवाया जाए विंड मिल के लिए, अल्टरनेट रिसोर्स के लिए एक प्रयास सराहनीय हो सकता है। कुछ एक महीनों में विंड प्रेशर सिरसा डिस्ट्रिक्ट में अच्छा रहता है, मार्च, अप्रैल, मई, जून, उन दिनों में अपना इसकी एयर विंड वेलोसिटी की जो मशीन्स हैं उनके थ्रू हम यूटिलाइज़ कर सकते हैं, प्रयास किए जा सकते हैं। निश्चित तौर पे बिजली की बचत होगी और एक इंडिविजुअल युवा का प्रयास वास्तव में ये सराहनीय है कि उसने अपने रिसोर्सेज बना के इस तरह का प्रयास किया है, मैं अप्रिशिएट करता हूँ। ਇੰਨੀ ਘੱਟ ਕੀਮਤ ਤੇ ਇਸ ਨੌਜਵਾਨ ਨੇ ਬਿਜਲੀ ਦੀ ਪਰੇਸ਼ਾਨੀ ਦਾ ਹੱਲ ਲੱਭਿਆ। ਫਿਲਹਾਲ ਅਜੇ ਨੌਜਵਾਨ ਵੱਲੋਂ ਇਸ ਦੀ ਟੈਸਟਿੰਗ ਆਪਣੇ ਘਰ ਵਿੱਚ ਹੀ ਕੀਤੀ ਜਾ ਰਹੀ ਹੈ। ਉਸ ਦਾ ਸੁਪਨਾ ਹੈ ਕਿ ਇਸ ਪ੍ਰੋਜੈਕਟ ਨੂੰ ਵੱਡੇ ਪੱਧਰ ਤੇ ਕੀਤਾ ਜਾਵੇ। ਅਜਿਹੇ 'ਚ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਨੌਜਵਾਨ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਇਸ ਨੌਜਵਾਨ ਨੂੰ ਆਪਣੇ ਇਸ ਵਿੰਡ ਐਨਰਜੀ ਪ੍ਰੋਜੈਕਟ ਨੂੰ ਵੱਡੇ ਪੱਧਰ ਤੇ ਲੈ ਕੇ ਜਾਣ ਲਈ ਹੋਰ ਉਤਸ਼ਾਹ ਮਿਲ ਸਕੇ। ਸਿਰਸਾ ਤੋਂ ਪੱਤਰਕਾਰ ਵਿਕਰਮਜੀਤ ਭਾਟੀਆ ਦੀ ਰਿਪੋर्ट। प्लीज सब्सक्राइब आवर चैनल एंड प्रेस द बेल आइकन ताकि कोई भी नवी अपडेट तुझे बिल्कुल भी मिस ना करो।